ਹਾਂਜੀ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ। ਆਸ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਫਿਲਾਸਫਰ ਸਟੋਨ ਦੇ ਵਿੱਚ ਇੱਕ ਲੜੀ ਹੋਰ ਸ਼ੁਰੂ ਕਰ ਰਹੇ ਹਾਂ। ਉਹ ਲੜੀ ਹੈ ਕਿ ਅਹਿਮਦੀ ਲਿਟਰੇਚਰ ਦੇ ਵਿੱਚ ਸਿੱਖ ਗੁਰੂਆਂ, ਖਾਸ ਕਰਕੇ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਲਿਖਿਆ ਗਿਆ ਹੈ ਉਹਦੀ ਅਸਲੀਅਤ ਕੀ ਹੈ। ਇਸ ਤਰ੍ਹਾਂ ਦੀਆਂ ਵੀਡੀਓਜ਼ ਅਹਿਮਦੀਆਂ ਦੇ ਵੱਲੋਂ ਵੀ ਜਿਹੜੀਆਂ ਨੇ ਪਾਈਆਂ ਗਈਆਂ ਨੇ, ਪਰੰਤੂ ਕਿਸੇ ਵੀ ਸਿੱਖ ਵਿਦਵਾਨ ਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ। ਮੈਂ ਇਹ ਜਿਹੜਾ ਚੈਨਲ ਚਲਾਇਆ ਕਿਸੇ ਧਰਮ ਵਿਸ਼ੇਸ਼ ਦੇ ਪ੍ਰਚਾਰ ਲਈ ਜਾਂ ਉਹਦੇ ਸਪਸ਼ਟੀਕਰਨ ਦੇਣ ਲਈ ਨਹੀਂ ਬਣਾਇਆ। ਇਹ ਚੈਨਲ ਜਿਹੜਾ ਅਕੈਡਮਿਕ ਹੈ, ਕੰਪੈਰੇਟਿਵ ਰਿਲੀਜਨ ਦਾ ਤੇ ਫਿਲਾਸਫੀ ਦਾ ਚੈਨਲ ਹੈ। ਜੇ ਮੈਂ ਇਸ ਵਿੱਚ ਅਹਿਮਦੀਆਂ ਦੇ ਉਸ ਹਿੱਸੇ ਦਾ ਵਰਣਨ ਕਰਨ ਲੱਗਾ ਜਿਹੜਾ ਗੁਰੂ ਨਾਨਕ ਨਾਲ ਸੰਬੰਧਿਤ ਹੈ, ਤੇ ਮੈਂ ਆਪਣੇ ਆਪ ਨੂੰ ਸਿੱਖ ਪ੍ਰੀਚਰ ਸਮਝ ਕੇ ਨਹੀਂ ਕਰਨ ਲੱਗਾ, ਬਲਕਿ ਇੱਕ ਧਰਮ ਦਾ ਅਧਿਐਨ ਕਰਨ ਵਾਲਾ ਆਪਣੇ ਆਪ ਨੂੰ ਸਮਝ ਕੇ ਇਹ ਸਮਝਣ ਦਾ ਯਤਨ ਕਰਾਂਗਾ ਕਿ ਧਰਮ ਦੇ ਵਿੱਚ ਜਦੋਂ ਦੂਜੇ ਧਰਮ ਦੇ ਬਾਰੇ ਸਟੱਡੀ ਕੀਤੀ ਜਾਂਦੀ ਹੈ ਤੇ ਕਿਸ ਤਰ੍ਹਾਂ ਦੇ ਪੈਂਤੜੇ ਅਪਣਾਏ ਜਾਂਦੇ ਨੇ। ਉਸ ਤੋਂ ਪਹਿਲਾਂ ਮੈਂ ਅੱਜ ਦੀ ਵੀਡੀਓ ਜਿਹੜੀ ਹੈ ਇਹਦੇ ਵਿੱਚ ਹੋਰ ਇੱਕ ਗੱਲ ਕਰਦਾ ਚੱਲਾਂ ਕਿ ਅੱਗੇ ਜਿਹੜੀਆਂ ਸਾਡੀਆਂ ਵੀਡੀਓ ਬਣੀਆਂ ਨੇ ਉਹ ਅਸੀਂ ਕੋਸ਼ਿਸ਼ ਕਰਦੇ ਸੀ ਕਿ 10 ਤੋਂ ਲੈ ਕੇ 12-15 ਮਿੰਟ ਤੋਂ ਜ਼ਿਆਦਾ ਨਾ ਬਣਨ, ਪਰੰਤੂ ਅਸੀਂ ਮਹਿਸੂਸ ਕੀਤਾ ਕਿ ਉਹ ਵੀਡੀਓਜ਼ ਜਿਹੜੀਆਂ ਨੇ ਉਹਦੇ ਵਿੱਚ ਕਈ ਵਾਰੀ ਸਮੇਂ ਦੀ ਘਾਟ ਕਰਕੇ ਗੱਲ ਜਿਹੜੀ ਹੈ ਉਹ ਪੂਰੀ ਜਿਹੜੀ ਹੈ ਉਹ ਸਰੋਤਿਆਂ ਤੱਕ ਨਹੀਂ ਪਹੁੰਚਦੀ। ਤੋ ਅਸੀਂ ਇਸ ਉਮੀਦ ਨਾਲ ਆਪਣੀ ਵੀਡੀਓ ਦੀ ਲੈਂਥ ਜਿਹੜੀ ਹੈ ਅੱਜ ਤੋਂ ਵਧਾ ਰਹੇ ਹਾਂ, ਕਿਉਂਕਿ ਇਹ ਕੋਈ ਐਂਟਰਟੇਨਮੈਂਟ ਦਾ ਚੈਨਲ ਨਹੀਂ ਹੈ ਕਿ ਤੁਸੀਂ 2 ਮਿੰਟ ਵਾਸਤੇ ਕੋਈ ਚੁਟਕਲੇ ਦੀ, ਕੋਈ ਟਿਕਟੌਕ ਦੀ ਵੀਡੀਓ ਵੇਖ ਲਓ ਤੇ ਹੱਸ ਲਓ ਤੇ ਮਨੋਰੰਜਨ ਕਰ ਲਓ। ਇਹ ਗੰਭੀਰ ਗਿਆਨ ਵਿਗਿਆਨ ਦੀ ਸੀਰੀ ਹੈ। ਸਾਡੀ ਵੀਡੀਓ ਜਿਹੜੀ ਹੁੰਦੀ ਹੈ, ਸਾਡਾ ਜਿਹੜਾ ਚੈਨਲ ਹੈ ਇਹ ਵਿਲੱਖਣ ਚੈਨਲ ਹੈ ਜਿਹੜਾ ਸਾਰੇ ਧਰਮਾਂ ਦੇ ਮੁੱਖ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਘੇਰੇ ਵਿੱਚ ਲੈਂਦਾ ਹੈ ਤੇ ਫਿਲਾਸਫੀ ਦੇ ਬਹੁਤ ਅਹਿਮ ਜਿਹੜੇ ਵਿਸ਼ੇ ਨੇ ਉਹਨਾਂ ਬਾਰੇ ਬੇਸਿਕ ਜਾਣਕਾਰੀ ਪੰਜਾਬੀ ਦੇ ਵਿੱਚ ਪ੍ਰਸਤੁਤ ਕਰਦਾ। ਤੋ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਇਹਦੇ ਤੇ ਕੋਈ ਪੈਸਾ ਅਸੀਂ ਨਹੀਂ ਮੰਗ ਰਹੇ ਕਿਸੇ ਕੋਲੋਂ। ਅਸੀਂ ਸਿਰਫ ਇਹ ਜ਼ਰੂਰ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਆਸ ਕਰਦੇ ਹਾਂ ਕਿ ਤੁਸੀਂ ਸਪੋਰਟ ਕਰੋਗੇ। ਤੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਸ਼ੁਰੂ ਕਰੀਏ ਅਹਿਮਦੀਆਂ ਦੇ ਪ੍ਰਸੰਗ ਵਿੱਚ, ਮੈਂ ਐਜ ਇੱਕ ਨਿਮਾਣਾ ਜਾਂ ਵਿਦਵਾਨ ਹੋਣ ਦੇ ਨਾਤੇ ਇੱਕ ਦੋ ਗੱਲਾਂ ਤੁਹਾਡੇ ਨਾਲ ਬੜੀਆਂ ਕਲੀਅਰ ਕਰਨਾ ਚਾਹੁੰਦਾ। ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ, ਸਾਰਿਆਂ ਨੂੰ ਪਤਾ ਹੈ ਕਿ ਸਿੱਖ ਇਹ ਮੰਨਦੇ ਨੇ ਕਿ ਇਹ ਸਾਡੇ ਧਰਮ ਦਾ ਜਿਹੜਾ ਮੁੱਢ ਬੰਨਣ ਵਾਲੇ ਗੁਰੂ ਨਾਨਕ ਸਾਹਿਬ ਨੇ, ਔਰ ਗੁਰੂ ਨਾਨਕ ਸਾਹਿਬ ਦੇ ਬਾਰੇ ਜਿਹੜੀਆਂ ਜਨਮ ਸਾਖੀ ਲਿਟਰੇਚਰ ਦੀ ਜਿਹੜੀ ਹੈ ਅਸੀਂ ਪੂਰੀਆਂ 3-4 ਵੀਡੀਓ ਅਸੀਂ ਪਾ ਚੁੱਕੇ ਹਾਂ, ਜਿਹਦੇ 'ਚ ਅਸੀਂ ਦੱਸਿਆ ਸੀ ਕਿ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਰਵਾਇਤਾਂ ਨੇ ਉਹ ਕਿਸ ਤਰ੍ਹਾਂ ਡਿਵੈਲਪ ਹੋਈਆਂ ਨੇ। ਇਹ ਜਿਹੜੀਆਂ ਡਿਵੈਲਪ ਹੋਈਆਂ ਨੇ ਅਸੀਂ ਬਰੀਫ 'ਚ ਫਿਰ ਇੱਕ ਵਾਰੀ ਦੁਹਰਾਉਂਦੇ ਜਾਂਦੇ ਹਾਂ ਕਿ ਇਹਦੇ ਵਿੱਚ ਮਿੱਥ ਦਾ ਬਹੁਤ ਮਿਸ਼ਰਣ ਹੈ। ਮਿੱਥ ਦਾ ਮਤਲਬ ਹੈ ਜੋ ਸੱਚ ਨਹੀਂ, ਪਰੰਤੂ ਅਸੀਂ ਇਹਦਾ ਜੇ ਕੈਟੇਗਰਾਈਜ਼ ਕਰੀਏ ਜਨਮ ਸਾਖੀਆਂ ਨੂੰ, ਤੇ ਇਹਦੀ ਕੈਟੇਗਰੀ ਉਹੀ ਬਣਦੀ ਹੈ ਜਿਹੜੀ ਨਵੇਂ ਨੇਮ ਦੀ ਹੈ, ਜਿਹੜੀ ਬਾਈਬਲ ਦੀ ਹੈ, ਜਿਹੜੀ ਹਦੀਸਾਂ ਦੀ ਹੈ। ਤੋ ਇਹਨੂੰ ਅਸੀਂ
ਇੰਗਲਿਸ਼ ਦੇ ਵਿੱਚ ਇਹਦੇ ਲਈ ਟਰਮ ਅਸੀਂ ਯੂਜ਼ ਕਰਦੇ ਹਾਂ ਹੈਜੀਓਗ੍ਰਾਫਿਕ ਲਿਟਰੇਚਰ ਹੈ। ਸਾਰਾ ਹੈਜੀਓਗ੍ਰਾਫਿਕ ਲਿਟਰੇਚਰ ਜਿਹੜਾ ਹੈ ਉਹ ਨਾ ਸਾਰੇ ਉਹਨੂੰ ਤਸਲੀਮ ਕਰਦੇ ਨੇ, ਨਾ ਉਹਨੂੰ ਸਾਰੇ ਰੱਦ ਕਰਦੇ ਨੇ। ਇੱਕ ਗੱਲ ਜਨਰਲ ਇਹ ਸਮਝ ਲਓ, ਜਿਵੇਂ ਹਦੀਸਾਂ ਨੇ, ਤੇ ਹਦੀਸਾਂ ਦੇ ਵਿੱਚੋਂ ਕੁਝ ਹਦੀਸਾਂ ਨੂੰ ਪ੍ਰਮਾਣਿਕ ਮੰਨ ਕੇ ਕੁਝ ਜਿਹੜੇ ਸੈਕਸ਼ਨ ਨੇ ਇਸਲਾਮ ਦੇ ਉਹਨੂੰ ਅਡਾਪਟ ਕਰ ਲੈਂਦੇ ਨੇ, ਕੁਝ ਜਿਹੜੇ ਨੇ ਉਹਨੂੰ ਛੱਡ ਦਿੰਦੇ ਨੇ। ਔਰ ਹਰ ਫਿਰਕਾ ਜਿਹੜਾ ਹੈ ਉਹ ਹਦੀਸਾਂ ਦੀ ਚੋਣ ਆਪਣੇ ਆਪਣੇ ਤਰੀਕੇ ਨਾਲ ਕਰਦਾ ਹੈ। ਇਸੇ ਤਰੀਕੇ ਨਾਲ ਜਿਹੜੀਆਂ ਇਹ ਜਨਮ ਸਾਖੀਆਂ ਨੇ, ਇਹਦੇ ਵਿੱਚ ਸਾਰੀਆਂ ਜਨਮ ਸਾਖੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਵਿਦਵਾਨਾਂ ਨੇ ਪ੍ਰਵਾਨ ਨਹੀਂ ਕੀਤੀਆਂ। ਇਹਦੇ ਵਿੱਚ ਬਹੁਤ ਸਾਰਾ ਮਸਾਲਾ ਜਿਹਾ ਹੈ ਜਿਹੜਾ ਹਿਸਟੋਰੀਕਲ ਨਹੀਂ ਹੈ, ਕਿਉਂਕਿ ਹਦੀਸਾਂ ਹੋਣ, ਚਾਹੇ ਨਵਾਂ ਨੇਮ ਹੋਵੇ, ਚਾਹੇ ਜਨਮ ਸਾਖੀ ਸਾਹਿਤ ਹੋਵੇ, ਇਹਦੇ ਵਿੱਚ ਹਰ ਲਿਖਾਰੀ ਦਾ ਜਾਂ ਸੰਕਲਨਕਰਤਾ ਦਾ ਇਹ ਉਦੇਸ਼ ਹੁੰਦਾ ਸੀ ਕਿ ਅਸੀਂ ਆਪਣੇ ਬਾਬੇ ਨੂੰ ਵੱਡੇ ਤੋਂ ਵੱਡਾ ਕਰਕੇ ਵਿਖਾਈਏ, ਅਤੇ ਇਸ ਲਈ ਉਹਦੇ ਨਾਲ ਅਤਕਥਨੀਆਂ ਵੀ ਜੋੜੀਆਂ ਜਾਂਦੀਆਂ ਸੀ, ਅਤੇ ਬਹੁਤ ਸਾਰੀਆਂ ਰਵਾਇਤਾਂ ਜਿਹੜੀਆਂ ਨੇ ਮਨ ਘੜਤ ਜਿਹੜੀਆਂ ਨੇ ਉਹ ਲਾ ਦਿੱਤੀਆਂ ਜਾਂਦੀਆਂ ਸੀ। ਔਰ ਕੁਝ ਜਿਹੜੇ ਵਿਰੋਧੀ ਬੰਦੇ ਹੁੰਦੇ ਸੀ ਉਹ ਵੀ ਗਲਤ ਮਲਤ ਰਵਾਇਤਾਂ ਜਿਹੜੀਆਂ ਨੇ ਉਹ ਤੋੜ ਦਿੰਦੇ ਸੀ। ਹਦੀਸਾਂ ਵੀ ਸਾਰੀਆਂ ਜਿਹੜੀਆਂ ਨੇ ਉਹ ਮੁਹੰਮਦ ਸਾਹਿਬ ਦੇ ਸਿਰਫ ਵਡਿਆਈ ਲਈ ਨਹੀਂ ਨੇ, ਬਹੁਤ ਸਾਰੀਆਂ ਹਦੀਸਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਿਰਦਾਰ ਕਸ਼ੀ ਵੀ ਹੁੰਦੀ ਹੈ, ਤਾਂ ਉਹ ਮੁਸਲਮਾਨਾਂ ਨੂੰ ਪ੍ਰਵਾਨ ਨਹੀਂ। ਪਰੰਤੂ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਧਰਮ ਜਿਹੜਾ ਕਿ ਦਾਅਵਾ ਕਰਦਾ ਹੈ ਕਿ ਅਸੀਂ ਸੱਚ ਦੀ ਗੱਲ ਕਰਦੇ ਹਾਂ, ਧਰਮ ਦੇ ਜਿਹੜੇ ਆਮ ਤੌਰ 'ਤੇ ਵਿਦਵਾਨ ਨੇ ਜਾਂ ਪ੍ਰਚਾਰਕ ਨੇ, ਉਹ ਇਹ ਕਹਿੰਦੇ ਨੇ ਕਿ ਧਰਮ ਸੱਚ ਦੇ ਨਾਲ ਖੜਾ ਹੁੰਦਾ ਹੈ, ਸੱਚ ਦੀ ਗਵਾਹੀ ਦਿੰਦਾ। ਸੱਚ ਦਾ ਨਾਮ ਹੀ ਧਰਮ ਹੈ, ਜੇ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ। ਪਰੰਤੂ ਅਸਲੀਅਤ ਇਹ ਹੈ ਕਿ ਹਰ ਧਰਮ ਦੇ ਪ੍ਰਚਾਰਕ ਜਿਹੜੇ ਨੇ ਉਹ ਝੂਠ ਦਾ ਸਹਾਰਾ ਲੈ ਕੇ ਤੇ ਆਪਣੀ ਗੱਲ ਨੂੰ ਲੋਕਾਂ ਸਾਹਮਣੇ ਪ੍ਰਸਤੁਤ ਕਰਦੇ ਨੇ। ਇਹ ਇੱਕ ਬੜਾ ਹੀ ਦੁਖਦਾਈ ਤੇ ਧਰਮ ਦਾ ਨੈਗੇਟਿਵ ਇੱਕ ਪੁਆਇੰਟ ਹੈ। ਹੁਣ ਦੇਖੋ, ਬੜੀ ਮਜ਼ੇਦਾਰ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਲੈਵਲ 'ਤੇ ਕੋਈ ਬੰਦਾ ਚੈਲੰਜ ਨਹੀਂ ਸੀ ਕਰਦਾ, ਕੋਈ ਬੰਦਾ ਚੈਲੰਜ ਨਹੀਂ ਸੀ ਕਰਦਾ। ਅਤੇ ਸਾਰੀ ਸ਼ਰਧਾ ਦੇ ਨਾਲ, ਮੈਂ ਜਿਵੇਂ ਕਿ ਵੀਡੀਓ ਦੇ ਵਿੱਚ ਇੱਕ 'ਚ ਦੱਸਿਆ ਵੀ ਸੀ ਕਿ ਲੋਕੀ ਬਾਣੀ ਤੋਂ ਵੀ ਵੱਧ ਕੇ ਇੱਕ ਟਾਈਮ ਸੀ ਜਦੋਂ ਸਾਖੀਆਂ ਦਾ ਸਤਿਕਾਰ ਕਰਦੇ ਸੀ। ਕਿਉਂਕਿ ਬਾਣੀ ਦੀ ਸਮਝ ਹਰ ਬੰਦੇ ਨੂੰ ਨਹੀਂ ਆਉਂਦੀ। ਬਾਣੀ ਸਮਝਣੀ ਥੋੜ੍ਹੀ ਜਿਹੀ ਔਖੀ ਹੈ, ਮਤਲਬ ਉਹਦੀ ਗ੍ਰਾਮਰ, ਉਹਦੀ ਜਿਹੜੀ ਸਿੰਬੋਲਿਜ਼ਮ ਹੈ, ਉਹਦੇ ਵਿੱਚ ਜਿਹੜਾ ਕਾਵਕ ਗੁਣ ਨੇ ਬਾਣੀ ਦੇ, ਉਹਨਾਂ ਨੂੰ ਸਮਝਣਾ ਹਰ ਇਨਸਾਨ ਲਈ ਪੋਸੀਬਲ ਨਹੀਂ। ਪਰੰਤੂ ਸਾਖੀ ਜਿਹੜੀ ਹੈ ਇੱਕ ਰੋਚਕ ਤਰੀਕੇ ਦੇ ਨਾਲ ਕਿਉਂਕਿ ਪ੍ਰਸਤੁਤ ਕੀਤੀ ਜਾਂਦੀ ਹੈ, ਉਹਦੇ ਆਮ ਜਿਹੜੇ ਬਿਲਕੁਲ ਸਧਾਰਨ ਪੱਧਰ ਦੇ ਲੋਕ ਵੀ ਹੁੰਦੇ ਨੇ ਜਿਹੜੇ, ਉਹ ਵੀ ਸਾਖੀ ਨੂੰ ਸਮਝ ਕੇ ਇੰਜੋਏ ਕਰਦੇ ਨੇ। ਇਹੀ ਕਾਰਨ ਹੈ ਕਿ ਜਿਹੜੇ ਪ੍ਰਚਾਰਕ ਲੋਕ ਨੇ ਜਾਂ ਕਥਾਵਾਚਕ ਨੇ ਜਾਂ ਕੀਰਤਨੀਏ ਨੇ, ਉਹ ਅਕਸਰ ਜਦੋਂ ਕੀਰਤਨ ਕਰਦੇ ਨੇ, ਕਥਾ ਕਰਦੇ ਨੇ ਜਾਂ ਪ੍ਰਚਾਰ ਕਰਦੇ ਨੇ, ਭਾਸ਼ਣ ਕਰਦੇ ਨੇ, ਤੇ ਕੋਈ ਨਾ ਕੋਈ ਸਾਖੀ, ਉਹਨਾਂ ਦੀ ਇੱਛਾ ਹੁੰਦੀ ਹੈ ਕਿ ਕੋਈ ਨਾ ਕੋਈ ਸਾਖੀ ਜ਼ਰੂਰ ਜਿਹੜੀ ਹੈ ਸੰਗਤ ਨੂੰ ਸੁਣਾਈ ਜਾਵੇ, ਕਿਉਂਕਿ ਸੰਗਤ ਦੀ ਇਹਦੇ 'ਚ ਰੁਚੀ ਬਣ ਜਾਂਦੀ ਹੈ। ਪਰੰਤੂ ਅਸੀਂ ਦੇਖਦੇ ਹਾਂ ਕਿ ਜਿਉਂ-ਜਿਉਂ ਫਿਰ ਲੋਕਾਂ ਦੀ ਬੁੱਧੀ ਜਿਹੜੀ ਹੈ ਉਹ ਤਰਕਵਾਦੀ ਹੁੰਦੀ ਗਈ, ਤੇ ਇਹਨਾਂ ਸਾਖੀਆਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ। ਸਾਖੀਆਂ ਦਾ ਸਭ ਤੋਂ ਪਹਿਲਾ ਵਿਗਿਆਨਕ ਅਧਿਐਨ ਜਿਹੜਾ ਕੀਤਾ ਉਹ ਕਰਮ ਸਿੰਘ ਹਿਸਟੋਰੀਅਨ ਨੇ ਕੀਤਾ। ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਜਿਹੜੀ ਸੀ ਕੱਤਕ ਕੇ ਵਿਸਾਖ, ਉਹਨੇ ਇਹ ਜਿਹੜਾ ਸਾਹਿਤ ਸੀ ਜਿਹਨੂੰ ਬੜਾ ਸ਼ਰਧਾਮੂਲਕ ਸਾਹਿਤ ਕਿਹਾ ਜਾਂਦਾ ਸੀ, ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਣ ਦੀ ਪਹਿਲੀ ਵਾਰੀ ਜੁਰਤ ਕੀਤੀ। ਔਰ ਉਹਨੇ ਇਹ ਪ੍ਰੂਵ ਕੀਤਾ ਕਿ ਜਿਹੜੀ ਖਾਸ ਕਰਕੇ ਬਾਲਾ ਜਨਮ ਸਾਖੀ ਹੈ, ਬਾਲੇ ਦੇ ਨਾਮ ਤੇ ਪ੍ਰਚਲਿਤ ਕੀਤੀ, ਉਹ ਹੰਧਾਲੀਆਂ ਨੇ ਜਾਣ-ਬੁੱਝ ਕੇ ਗੁਰੂ ਨਾਨਕ ਸਾਹਿਬ ਦਾ ਕਿਰਦਾਰ ਕਸ਼ੀ ਕਰਨ ਵਾਸਤੇ ਇਹ ਜਨਮ ਸਾਖੀ ਬਣਾਈ ਸੀ। ਤੋ ਇਹੀ ਜਨਮ ਸਾਖੀ ਜਿਹੜੀ ਹੈ ਬਹੁਤ ਮਸ਼ਹੂਰ ਰਹੀ ਹੈ, 19ਵੀਂ ਸਦੀ ਤੱਕ ਵੀ ਕਹਿ ਲਓ ਜਾਂ 20ਵੀਂ ਸਦੀ ਤੱਕ ਵੀ ਜਿਹੜੀ ਹੈ ਉਹ ਮਸ਼ਹੂਰ ਰਹੀ ਹੈ। ਔਰ ਹੁਣ ਕਿਤੇ ਜਾ ਕੇ ਇਹ ਸਿੱਖਾਂ ਨੇ ਥੋੜ੍ਹਾ ਜਿਹਾ ਇਹਨੂੰ ਜਿਹੜਾ ਪਿੱਛੇ ਕਰ ਦਿੱਤਾ ਹੈ, ਨਹੀਂ ਤੇ
19ਵੀਂ ਸਦੀ ਦੇ ਬਾਅਦ ਵੀ ਜਿਹੜੀ ਹੈ ਇਹ ਕਾਫੀ ਸਿੱਖਾਂ ਦੇ ਵਿੱਚ ਮਾਨਤਾ ਪ੍ਰਾਪਤ ਰਹੀ ਹੈ। ਜਦੋਂ ਤੱਕ ਸਿੱਖਾਂ ਨੂੰ ਨਹੀਂ ਸੀ ਸਮਝ, ਸਿੱਖ ਜਿਹੜੇ ਸੀ ਸ਼ਰਧਾ ਨਾਲ ਹੀ ਇਹਨੂੰ ਪੜ੍ਹੀ ਜਾਂਦੇ ਸੀ। ਇਹ ਸਾਖੀ ਦਾ ਬੜਾ ਮਹੱਤਵ ਰਿਹਾ, ਬੜਾ ਇਹਦਾ ਵੱਡਾ ਸਥਾਨ ਰਿਹਾ। ਔਰ ਬਾਣੀ ਤੋਂ ਬਾਅਦ ਮੈਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇਕਰ ਮਤਲਬ ਕੋਈ ਗ੍ਰੰਥ ਬਹੁਤ ਜ਼ਿਆਦਾ ਪੜ੍ਹਿਆ ਜਾਂਦਾ ਸੀ ਤੇ ਉਹ ਬਾਲੇ ਦੀ ਜਨਮ ਸਾਖੀ ਸੀ। ਇਹ ਬਾਲੇ ਦੀ ਜਨਮ ਸਾਖੀ ਦੀਆਂ ਹੀ ਰਵਾਇਤਾਂ ਜਿਹੜੀਆਂ ਨੇ ਆਮ ਲੋਕਾਂ ਦੇ ਵਿੱਚ ਹੁਣ ਤੱਕ ਵੀ ਪ੍ਰਚਲਿਤ ਨੇ, ਔਰ ਹੁਣ ਵੀ ਇਹੀ ਜ਼ਿਆਦਾ ਜਿਹੜੀਆਂ ਨੇ ਉਹ ਸੁਣੀਆਂ ਸੁਣਾਈਆਂ ਜਾਂਦੀਆਂ ਨੇ। ਪਰੰਤੂ ਮੈਂ ਤੁਹਾਨੂੰ ਇੱਕ ਬੜੀ ਵੱਡੀ ਗੱਲ ਅੱਜ ਲੱਗਾ ਦੱਸਣ ਕਿ ਮੇਰੇ ਕੋਲ ਆਪਣੀ ਗੱਲ ਰੱਖਣ ਲਈ ਦੋ ਉਦਾਹਰਨਾਂ ਨੇ। ਦੋ ਉਦਾਹਰਨਾਂ ਦੇ ਵਿੱਚੋਂ ਪਹਿਲੀ ਹੈ ਮੇਰੇ ਕੋਲ ਕਿਰਪਾਲ ਸਿੰਘ ਹਿਸਟੋਰੀਅਨ, ਡਾਕਟਰ ਕਿਰਪਾਲ ਸਿੰਘ ਹਿਸਟੋਰੀਅਨ। ਪਿੱਛੇ ਜੀ ਮੇਰੇ ਖਿਆਲ 'ਚ 1-2 ਸਾਲ ਪਹਿਲਾਂ ਉਹਨਾਂ ਦਾ ਇੰਤਕਾਲ ਹੋ ਗਿਆ ਅਤੇ ਉਹਨਾਂ ਨੇ ਬੜੀ ਮੇਰੇ ਖਿਆਲ 'ਚ, ਜੇ ਮੈਂ ਗਲਤ ਨਾ ਹੋਵਾਂ ਤਾਂ ਲਗਭਗ 90 ਸਾਲ ਦੀ ਉਮਰ 'ਚ ਉਹਨਾਂ ਦਾ ਚਲਾਣਾ ਹੋਇਆ। ਔਰ ਉਹਨਾਂ ਨੇ ਸਾਰੀ ਉਮਰ ਖਾਸ ਕਰਕੇ ਸਿੱਖ ਇਤਿਹਾਸ ਅਤੇ ਮਤਲਬ ਫਿਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਖੀ ਸਾਹਿਤ ਸੀ ਉਹਦੇ ਉੱਤੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਡਾਕਟਰ ਕਿਰਪਾਲ ਸਿੰਘ ਹੋਰਾਂ ਨੇ ਇੱਕ ਕਿਤਾਬ ਐਡਿਟ ਕੀਤੀ ਸੀ ਬਹੁਤ ਸਾਲ ਪਹਿਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹ ਛਾਪੀ ਸੀ। ਹੁਣ ਵੀ ਉਹ ਮਿਲ ਜਾਂਦੀ ਹੈ, ਉਹਦੇ ਮੇਰੇ ਖਿਆਲ 'ਚ 2-3 ਵਾਰੀ ਐਡੀਸ਼ਨ ਛਪ ਚੁੱਕੇ ਨੇ, ਔਰ ਬੜੀ ਅੱਛੀ ਕਿਤਾਬ ਹੈ। ਮਤਲਬ ਅਕੈਡਮਿਕ ਜਿਨ੍ਹਾਂ ਦਾ ਇੰਟਰਸਟ ਹੈ ਧਰਮ ਦੀ ਸਟੱਡੀ ਦੇ ਵਿੱਚ, ਉਹਨਾਂ ਵਾਸਤੇ। ਉਹ ਕਿਤਾਬ ਦਾ ਨਾਮ ਹੈ ਜਨਮ ਸਾਖੀ ਪਰੰਪਰਾ। ਜਨਮ ਸਾਖੀ ਪਰੰਪਰਾ ਦੇ ਵਿੱਚ ਡਾਕਟਰ ਕਿਰਪਾਲ ਸਿੰਘ ਹੋਰਾਂ ਨੇ ਜਿਹੜੀਆਂ ਪ੍ਰਮੁੱਖ ਜਨਮ ਸਾਖੀਆਂ ਨੇ, ਜਿਵੇਂ ਪੁਰਾਤਨ ਹੈ ਜਾਂ ਬਾਲੇ ਵਾਲੀ ਹੈ ਜਾਂ 3-4 ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰਚਲਿਤ ਪੋਥੀਆਂ ਸੀ ਸਾਖੀਆਂ ਦੀਆਂ, ਉਹਨਾਂ ਨੂੰ ਇਕੱਠਿਆਂ ਕਰਕੇ ਤੇ ਛਾਪ ਦਿੱਤਾ। ਅਤੇ ਉਹਦੇ ਮੁੱਢ ਵਿੱਚ ਉਹਨਾਂ ਨੇ ਬੜੀ ਲੰਬੀ ਇੱਕ ਜਿਹੜੀ ਹੈ ਉਹ ਪ੍ਰਸਤਾਵਨਾ ਜਾਂ ਭੂਮਿਕਾ ਲਿਖੀ ਹੈ ਕਿ ਜਨਮ ਸਾਖੀਆਂ ਦਾ ਕੀ ਮਹੱਤਵ ਹੈ ਜਾਂ ਜਨਮ ਸਾਖੀਆਂ ਕਿਵੇਂ ਲਿਖੀਆਂ ਗਈਆਂ। ਉਹ ਸਾਰੀ ਬੜੀ ਵਧੀਆ ਕਿਤਾਬ ਹੈ, ਨੋ ਡਾਊਟ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਪਹਿਲਾਂ ਹੀ ਦੱਸ ਕੇ ਚੱਲਦਾ ਕਿ ਉਹਦੇ 'ਚ ਜਿਹੜੀ ਹੈ ਇੱਕ ਸਾਖੀ ਜਿਹੜੀ ਹੈ ਬਗਦਾਦ ਦੀ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੀ ਗੱਲ ਜਿਹੜਾ ਵੀ ਕੋਈ ਇਤਿਹਾਸਕਾਰ ਗੱਲ ਕਰਦਾ, ਉਹ ਇਹ ਗੱਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਨੇ ਪ੍ਰਚਾਰ ਯਾਤਰਾਵਾਂ ਜਿਹੜੀਆਂ ਉਦਾਸੀਆਂ ਕੀਤੀਆਂ ਬੜੀ ਦੂਰ ਦੂਰ ਤੱਕ, ਇੱਧਰੋਂ ਸ੍ਰੀਲੰਕਾ ਤੱਕ, ਤਿੱਬਤ ਤੱਕ, ਅਤੇ ਉੱਧਰ ਜੇ ਅਸੀਂ ਵੈਸਟ ਵੱਲ ਵੇਖੀਏ ਤਾਂ ਮੱਕੇ ਅਤੇ ਈਰਾਨ ਅਤੇ ਇਰਾਕ ਤੱਕ ਵੀ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਜਿਹੜੀਆਂ ਨੇ ਉਹ ਬਿਆਨ ਕੀਤੀਆਂ ਜਾਂਦੀਆਂ ਨੇ। ਅਤੇ ਉਹਨਾਂ ਨੇ ਵੀ ਜਿਹੜੀ ਉਹ ਕਿਤਾਬ, ਜੇ ਮੈਂ ਭੁੱਲਾਂ ਨਾ ਤਾਂ ਉਹ ਸ਼ਾਇਦ 1969-70 ਦੇ ਵਿੱਚ ਛਪੀ ਸੀ ਪਹਿਲੀ ਵਾਰੀ ਕਿਤਾਬ, ਜਨਮ ਸਾਖੀ ਪਰੰਪਰਾ ਡਾਕਟਰ ਕਿਰਪਾਲ ਸਿੰਘ ਦੀ। ਅਤੇ ਡਾਕਟਰ ਕਿਰਪਾਲ ਸਿੰਘ ਨੇ ਉਹ ਕਿਤਾਬ ਦੇ ਵਿੱਚ ਜਦੋਂ ਬਗਦਾਦ ਦੀ ਸਾਖੀ ਦਾ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਗਏ ਸੀ, ਅਤੇ ਉੱਥੇ ਉਹਨਾਂ ਨੇ ਜਿਹੜਾ ਇੱਕ ਅਕਾਲ ਦੀ ਜਿਹੜੀ ਹੈ ਬਾਂਗ ਦਿੱਤੀ ਸੀ। ਮਤਲਬ ਉਹਨਾਂ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਿਆ ਸੀ, ਜਿਹਨੂੰ ਕਿ ਮੁਸਲਮਾਨਾਂ ਨੇ, ਜਿਹੜਾ ਉੱਥੋਂ ਦੇ ਬਹੁ ਗਿਣਤੀ ਉਸ ਵੇਲੇ ਮੁਸਲਮਾਨ ਸਨ, ਉਹਨਾਂ ਨੇ ਕਿਹਾ ਕਿ ਇਹ ਤਾਂ ਕੋਈ ਕਾਫਰ ਆ ਗਿਆ ਜਿਹਨੇ ਅੱਲਾਹੂ ਅਕਬਰ ਦੀ ਥਾਂ 'ਤੇ ਇਹ ਸਤਿ ਸ੍ਰੀ ਅਕਾਲ ਦਾ ਮਤਲਬ ਉਹਨਾਂ ਨੂੰ ਤਾਂ ਨਹੀਂ ਸੀ ਨਾ ਘੱਟੋ ਘੱਟ ਪਤਾ। ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਵੀ ਮਾਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਸੀ ਕਿ ਇਹ ਇੱਕ ਕਾਫਰ ਜਿਹੜਾ ਹੈ ਉਹ ਸਾਡੇ ਨਗਰ ਦੇ ਵਿੱਚ ਆ ਗਿਆ। ਪਰੰਤੂ ਗੁਰੂ ਨਾਨਕ ਸਾਹਿਬ ਨੇ ਜੋ ਸਾਖੀ ਦੇ ਅਨੁਸਾਰ ਮਤਲਬ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਫਿਰ ਸਮਝਾਇਆ ਸੀ ਕਿ ਮੈਂ ਵੀ ਅਕਾਲ ਦਾ ਜਿਹੜਾ ਨਾਅਰਾ ਲਾਇਆ ਇਹਦਾ ਵੀ ਮਤਲਬ ਅੱਲਾ ਹੀ ਹੈ। ਖੈਰ, ਤਾਂ ਉਹਦੇ ਵਿੱਚ ਜਿਹੜਾ ਉਹਨੇ ਫੁੱਟਨੋਟ ਦਿੱਤਾ ਹੈ ਡਾਕਟਰ ਕਿਰਪਾਲ ਸਿੰਘ ਨੇ, ਉਹ ਫੁੱਟਨੋਟ ਬੜਾ ਅਹਿਮ ਹੈ, ਔਰ ਮੈਂ ਖੁਦ ਉਹਨੂੰ ਮਤਲਬ ਕਈ ਵਾਰੀ ਆਪਣੇ ਲੈਕਚਰਾਂ ਦੇ ਵਿੱਚ ਕੋਟ ਕਰਦਾ ਰਿਹਾ। ਜਦੋਂ ਮੈਂ ਇੰਡੀਆ 'ਚ ਸੀ, ਜਦੋਂ ਮੈਨੂੰ ਅਗਲੀ ਗੱਲ ਸਮਝ ਨਹੀਂ ਸੀ ਆਈ ਜਿਹੜੀ ਮੈਂ ਦੱਸਣ ਲੱਗਾ, ਤਾਂ ਮੈਂ ਉਹਨੂੰ ਬੜਾ ਮਤਲਬ ਵਧਾ ਚੜ੍ਹਾ ਕੇ ਸੰਗਤ ਦੇ ਵਿੱਚ ਕਰਦਾ ਸੀ। ਔਰ ਉਹ ਇਹ ਗੱਲ ਕਰਦਾ ਸੀ, ਉਹ ਫੁੱਟਨੋਟ ਦੇ ਵਿੱਚ ਇਹ ਗੱਲ ਉਹਨੇ ਲਿਖੀ ਹੈ ਇੱਥੇ ਕਿ ਇਰਾਕ ਦੇ ਵਿੱਚ ਜਿਹੜੇ ਸਾਬੀ ਫਿਰਕੇ ਦੇ ਲੋਕ ਸਨ, ਦੇਖੋ ਇਸਲਾਮ ਤੋਂ ਪਹਿਲਾਂ ਇਹ ਸਾਬੀ ਫਿਰਕਾ ਉੱਥੇ ਅਰਬ ਦੇ ਵਿੱਚ ਸੀ।
ਜਿਹਨੂੰ ਸਬਾਇਨ ਵੀ ਕਿਹਾ ਜਾਂਦਾ ਹੈ, ਸਾਬੀ ਵੀ ਕਿਹਾ ਜਾਂਦਾ ਹੈ, ਸਬੀ ਵੀ ਕਿਹਾ ਜਾਂਦਾ ਹੈ। ਤੋ ਕੁਰਾਨ ਦੇ ਵਿੱਚ 3 ਵਾਰੀ ਇਸ ਫਿਰਕੇ ਦਾ ਨਾਮ ਆਇਆ ਹੈ। ਹਾਲਾਂਕਿ ਇਹਦੇ ਬਾਰੇ ਕੋਈ ਬਹੁਤ ਜ਼ਿਆਦਾ ਜਾਣਕਾਰੀ ਸਾਨੂੰ ਜਿਹੜਾ ਨਹੀਂ ਮਿਲਦੀ ਕਿ ਇਹ ਕੀ ਫਿਰਕਾ ਸੀ। ਵੇਖੋ, ਪਰ ਕੁਰਾਨ ਦੇ ਵਿੱਚ ਇਹ ਘੱਟੋ ਘੱਟ 3 ਰੈਫਰੈਂਸ ਮੈਨੂੰ ਯਾਦ ਹੈ ਕਿ 3 ਥਾਵਾਂ ਦੇ ਉੱਤੇ ਸਾਬੀ ਧਰਮ ਨੂੰ ਮੰਨਿਆ ਗਿਆ ਕਿ ਇਹ ਇਸਲਾਮ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਦਾ ਧਰਮ ਸੀ। ਮਤਲਬ ਬਹੁਤ ਸਾਰੇ ਲੋਕੀ ਇਸ ਮੁਸਲਮਾਨ ਵੀ ਈਸਾਈ ਵੀ ਸਨ, ਯਹੂਦੀ ਵੀ ਸਨ, ਜਾਂ ਜ਼ਰਤੁਸ਼ਤੀ ਵੀ ਸਨ, ਅਤੇ ਬਹੁਤ ਸਾਰੇ ਲੋਕਾਂ ਦਾ ਇੱਕ ਫਿਰਕਾ ਇਹ ਸਾਬੀ ਮਤ ਵੀ ਸੀ। ਇਹ ਸਬਾਇਨ ਜਿਹੜੇ ਸਨ ਜਾਂ ਸਾਬੀ ਮਤ ਜਿਹੜਾ ਸੀ, ਇਹਦੀ ਕੋਈ ਆਪਣੀ ਕੋਈ ਧਰਮ ਪੁਸਤਕ ਵੀ ਸੀ, ਔਰ ਕੁਰਾਨ ਦੇ ਵਿੱਚ ਇਹਨਾਂ ਨੂੰ ਕਿਤਾਬ ਵਾਲੇ ਕਿਹਾ ਗਿਆ। ਕਿਤਾਬ ਵਾਲੀਆਂ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਵਿੱਚ ਸਾਬੀਆਂ ਦੀ ਗਿਣਤੀ ਵੀ ਹੁੰਦੀ ਸੀ। ਇਸ ਕਰਕੇ ਬੜੀ ਇਹ ਕਿਸੇ ਟਾਈਮ 'ਤੇ ਇੰਪੋਰਟੈਂਟ ਫਿਰਕਾ ਮੁਸਲਿਮ ਦੇਸ਼ਾਂ ਦੇ ਵਿੱਚ ਜਿਹੜਾ ਹੈ ਇਹ ਰਿਹਾ ਹੈ। ਅਤੇ ਕਿਰਪਾਲ ਸਿੰਘ ਹੋਰਾਂ ਨੇ ਇਹ ਕਿਹਾ, ਸੂਚਨਾ ਦਿੱਤੀ ਹੈ ਕਿ ਇਹ ਜਿਹੜੇ ਸਬਾਇਨ ਲੋਕ ਸਨ ਇਰਾਨ ਦੇ ਵਿੱਚ, ਇਰਾਕ ਦੇ ਵਿੱਚ, ਉਹ ਜਿਹੜੇ ਨੇ ਗੁਰੂ ਨਾਨਕ ਸਾਹਿਬ ਤੋਂ ਜਿਹੜੇ ਸੀ ਮੁਤਾਸਰ ਹੋ ਕੇ ਉਹਨਾਂ ਨੇ ਕੇਸ ਦਾੜੀਆਂ ਵੀ ਰੱਖੇ ਸੀ, ਅਤੇ ਉਹ ਆਪਣੇ ਗਲਾਂ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਲੋਕਟ ਵੀ ਪਾਉਂਦੇ ਸੀ ਫੋਟੋ ਦਾ। ਇਹ ਉਹਨਾਂ ਨੇ ਫੁੱਟਨੋਟ ਦਿੱਤਾ ਹੈ, ਅਤੇ ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਬੜੀ ਚੰਗੀ ਲੱਗਦੀ ਹੈ, ਮੈਨੂੰ ਵੀ ਬੜੀ ਚੰਗੀ ਲੱਗਦੀ ਸੀ, ਅਤੇ ਮੈਂ ਇਹਨੂੰ ਪ੍ਰਚਾਰਦਾ ਰਿਹਾ ਬਹੁਤ ਜ਼ਿਆਦਾ। ਹੁਣ ਉਹ ਹੀ ਕਿਰਪਾਲ ਸਿੰਘ ਜਿਨ੍ਹਾਂ ਨੇ 1969 ਦੇ ਵਿੱਚ ਇਹ ਸੂਚਨਾ ਆਪਣੀ ਫੁੱਟਨੋਟ ਦੇ ਵਿੱਚ ਦਿੱਤੀ, ਔਰ ਆਪਣੀ ਫੁੱਟਨੋਟ ਦੇ ਵਿੱਚ ਇਹ ਜਿਹੜੀ ਸੂਚਨਾ ਦਿੱਤੀ ਹੈ ਇਹਦਾ ਉਹਨਾਂ ਨੇ ਸਰੋਤ ਨਹੀਂ ਦੱਸਿਆ। ਠੀਕ ਹੈ ਨਾ, ਉਹਨਾਂ ਨੇ ਕੋਈ ਸਰੋਤ ਇਹਦਾ ਨਹੀਂ ਦੱਸਿਆ ਕਿ ਇਹ ਆਖਰ ਉਹਨਾਂ ਨੂੰ ਕਿੱਥੋਂ ਸੂਚਨਾ ਮਿਲੀ ਹੈ। ਕੀ ਉਹ ਆਪ ਗਏ ਸਨ, ਕੀ ਉਹਨਾਂ ਨੇ ਆਪੇ ਦੇਖਿਆ ਕਿ ਜਿਹੜੇ ਉੱਥੋਂ ਦੇ ਸਬਾਇਨ ਸਨ ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਜਿਹੜੀ ਇਹ ਗੁਰੂ ਨਾਨਕ ਸਾਹਿਬ ਦਾ ਲੋਕਟ ਪਾਇਆ ਹੁੰਦਾ ਸੀ, ਠੀਕ ਹੈ, ਜਾਂ ਉਹਨਾਂ ਨੂੰ ਇਹ ਸੂਚਨਾ ਕਿੱਥੋਂ ਮਿਲੀ? ਇਹਦਾ ਕੋਈ ਜਿਹੜਾ ਜਵਾਬ ਉਹਨਾਂ ਨੇ ਆਪਣੇ ਫੁੱਟਨੋਟ ਦੇ ਵਿੱਚ ਦੇਣ ਦੀ ਖੇਚਲ ਨਹੀਂ ਸੀ ਕੀਤੀ, ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਕਦੀ ਮੇਰੇ ਖਿਆਲ 'ਚ ਪੁੱਛਿਆ ਜਿਉਂਦੇ ਜੀ, ਕਿਉਂਕਿ ਸਾਰੇ ਅਸੀਂ ਇਹੋ ਜਿਹੇ ਜਿਹੜੇ ਰੈਫਰੈਂਸ ਅਸੀਂ ਵੇਖ ਲਈਏ ਧਰਮਾਂ ਵਾਲੇ, ਅਤੇ ਸਾਨੂੰ ਬੜੀ ਖੁਸ਼ੀ ਚੜ੍ਹ ਜਾਂਦੀ ਹੈ। ਪਰੰਤੂ ਹੁਣ ਇਹਨਾਂ ਦਾ ਇੱਕ ਬੜਾ ਮਹੱਤਵਪੂਰਨ ਜਿਹੜਾ ਗੁਰੂ ਨਾਨਕ ਸਾਹਿਬ ਦੇ ਉੱਤੇ ਆਰਟੀਕਲ ਹੈ, ਇਹ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਇੱਕ ਬੜੀ ਇੰਪੋਰਟੈਂਟ ਕਿਤਾਬ ਹੈ, ਜਿਹੜੀ ਹਿਸਟਰੀ ਦੇ ਵਿੱਚ ਜਿਨ੍ਹਾਂ ਦਾ ਦਾਅਵਾ ਹੈ ਸ਼੍ਰੋਮਣੀ ਕਮੇਟੀ ਦਾ ਕਿ ਇਹ ਸਭ ਤੋਂ ਪ੍ਰਮਾਣਿਕ ਸਿੱਖ ਇਤਿਹਾਸ, ਸਿੱਖ ਗੁਰੂਆਂ ਦਾ ਜਿਹੜਾ ਇੰਗਲਿਸ਼ ਦੇ ਵਿੱਚ ਛਾਪਿਆ ਗਿਆ। ਇਹ ਕਿਤਾਬ ਐਡਿਟ ਕੀਤੀ ਸੀ ਕਿਰਪਾਲ ਸਿੰਘ ਅਤੇ ਖੜਕ ਸਿੰਘ, ਜਿਹੜੇ ਕਿ ਚੰਡੀਗੜ੍ਹ ਦੇ ਇੰਸਟੀਚਿਊਟ ਆਫ ਸਿੱਖ ਸਟੱਡੀ ਦੇ ਬਹੁਤ ਉੱਘੇ ਮੈਂਬਰ ਜਾਂ ਫਾਊਂਡਰ ਮੈਂਬਰ ਸਨ। ਇਹ ਦੋਨੋਂ, ਕਿਰਪਾਲ ਸਿੰਘ ਵੀ ਔਰ ਖੜਕ ਸਿੰਘ ਵੀ। ਔਰ ਸ਼੍ਰੋਮਣੀ ਕਮੇਟੀ ਨੇ ਇਸ ਕਿਤਾਬ ਨੂੰ ਪ੍ਰਮਾਣਿਕ ਜਾਣ ਕੇ ਇਹ ਜਿਹੜਾ ਹੈ ਮੈਂ ਤੁਹਾਨੂੰ ਦੱਸਦਾ ਕਿ ਫਰਵਰੀ 2004 ਦੇ ਵਿੱਚ ਛਾਪਿਆ, ਫਰਵਰੀ 2004। ਹੁਣ ਉਹ ਪਹਿਲੀ ਕਿਤਾਬ ਜਿਹੜੀ ਕਿਰਪਾਲ ਸਿੰਘ ਦੀ ਆਈ ਸੀ ਉਹ ਜਨਮ ਸਾਖੀ ਪਰੰਪਰਾ 1969-70, ਮੈਨੂੰ ਐਗਜ਼ੈਕਟ ਡੇਟ ਉਹਦਾ ਨਹੀਂ ਪਤਾ ਮੇਰੇ ਕੋਲ ਇਸ ਵੇਲੇ, ਉਹ ਕਿਤਾਬ ਹੈ ਵੀ ਨਹੀਂ, ਪਰ ਤੁਸੀਂ ਉਹ ਵੈਰੀਫਾਈ ਕਰ ਸਕਦੇ ਹੋ, 1-2 ਸਾਲ ਦਾ ਅੱਗੇ ਪਿੱਛੇ ਹੋ ਸਕਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿਤਾਬ ਜਿਹੜੀ ਹੈ ਲਗਭਗ ਉਸ ਕਿਤਾਬ ਤੋਂ ਕੋਈ 30-35 ਸਾਲ ਬਾਅਦ ਲਿਖੀ ਗਈ ਹੈ। ਤਾਂ ਇਸ ਕਿਤਾਬ ਦੇ ਵਿੱਚ ਜਿਹੜਾ 10 ਗੁਰੂਆਂ ਦਾ ਇਤਿਹਾਸ ਦਿੱਤਾ ਗਿਆ, ਇਹਦੇ 'ਚ 10 ਗੁਰੂਆਂ ਦੇ ਵਿੱਚ ਜਿਹੜਾ ਖਾਸ ਕਰਕੇ ਗੁਰੂ ਨਾਨਕ ਸਾਹਿਬ ਬਾਰੇ ਜਿਹੜੇ ਲਗਭਗ 90 ਪੇਜ ਲਿਖੇ ਗਏ ਨੇ। ਇਸ ਟੋਟਲ ਕਿਤਾਬ ਜਿਹੜੀ ਹੈ ਇਹ ਲਗਭਗ 500 ਪੇਜ ਦੀ ਹੈ। 500 ਦੇ ਵਿੱਚੋਂ 90 ਸਫ਼ੇ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਬਾਰੇ ਕਿਰਪਾਲ ਸਿੰਘ ਦੇ ਲਿਖੇ ਹੋਏ ਨੇ। ਉਹੀ ਕਿਰਪਾਲ ਸਿੰਘ ਜਿਹਨੇ ਜਨਮ ਸਾਖੀ ਪਰੰਪਰਾ ਲਿਖੀ ਹੈ। ਹੁਣ ਇਸੇ ਕਿਤਾਬ ਦੇ ਪੰਨਾ 49 ਦੇ ਵਿੱਚ ਫਿਰ ਬਗਦਾਦ ਦੀ ਗੱਲ ਜ਼ਰੂਰ ਆਈ ਹੈ ਕਿ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਸਨ, ਪਰੰਤੂ ਇੱਥੇ ਕਿਰਪਾਲ ਸਿੰਘ ਉਹ ਜਿਹੜੀ ਸਬਾਇਨ ਮੱਤ ਵਾਲਿਆਂ ਦੀ ਜਿਹੜੀ ਗੱਲ ਸੀ ਉਹਨੂੰ ਕੋਟ ਨਹੀਂ ਕਰ ਰਹੇ, ਉਹਦਾ ਹਵਾਲਾ ਨਹੀਂ ਦੇ ਰਹੇ, ਉਹਦਾ ਜ਼ਿਕਰ ਨਹੀਂ ਕਰ ਰਹੇ ਕਿ ਉੱਥੋਂ ਦੇ ਸਬਾਇਨ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਮੁਤਾਸਰ ਨੇ, ਅਤੇ ਉਹ ਗਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਫੋਟੋ ਧਾਰਨ ਕਰਦੇ ਨੇ।
ਇਹ ਗੱਲ 2004 ਵਾਲੀ ਕਿਤਾਬ ਦੇ ਵਿੱਚ ਨਹੀਂ ਆਈ। ਹੁਣ ਗੱਲ ਸਮਝ ਆਈ? ਜੇ ਇਹ ਗੱਲ ਇੰਨੀ ਹੀ ਸਹੀ ਹੁੰਦੀ ਜਿਹੜੀ ਪਹਿਲੀ ਜਨਮ ਸਾਖੀ ਪਰੰਪਰਾ ਵਿੱਚ ਲਿਖੀ ਹੈ, ਤਾਂ ਉਹ ਇਹਦੇ ਵਿੱਚ ਵੀ ਜ਼ਰੂਰ ਉਹ ਹੀ, ਕਿਉਂਕਿ ਰਾਈਟਰ ਲਿਖ ਰਿਹਾ ਜਿਹੜਾ 35 ਸਾਲ ਪਹਿਲਾਂ ਜਨਮ ਸਾਖੀ ਪਰੰਪਰਾ ਲਿਖ ਰਿਹਾ। ਪਰ ਹੁਣ ਉਹਨੂੰ ਪਤਾ ਲੱਗ ਗਿਆ ਕਿ ਲੋਕੀ ਵੈਰੀਫਾਈ ਕਰ ਲੈਂਦੇ ਨੇ। 35 ਸਾਲ ਦੇ ਵਿੱਚ ਬੜਾ ਕੁਝ ਬਦਲ ਗਿਆ, ਔਰ 2004 ਤੋਂ ਬਾਅਦ 2021 ਤੱਕ ਵੀ ਬਹੁਤ ਕੁਝ ਬਦਲ ਗਿਆ। ਅਸੀਂ ਮਿੰਟਾਂ ਸਕਿੰਟਾਂ 'ਚ ਉਹ ਲੱਭ ਲੈਂਦੇ ਹਾਂ ਸੋਰਸ। ਸਾਡੇ ਕੋਲ ਅੱਜ ਵਿਵਸਥਾ ਹੈ। ਅੱਜ ਇਹ ਝੂਠ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਨੋਕਲਪਤ ਜੀਆਂ ਗੱਲਾਂ ਲੋਕੀ ਬਣਾ ਲੈਂਦੇ ਨੇ ਧਰਮ ਪ੍ਰਚਾਰਕ, ਇਹ ਨਹੀਂ ਚੱਲ ਸਕਦੀਆਂ। ਧਰਮ ਪ੍ਰਚਾਰਕ ਜਿਹੜੇ ਨੇ ਉਹ ਬੜਾ ਝੂਠ ਦਾ ਸਹਾਰਾ ਲੈ ਕੇ ਤੇ ਆਪਣਾ ਪ੍ਰਚਾਰ ਕਰਦੇ ਨੇ। ਜਿਵੇਂ ਕਿ ਤੁਹਾਨੂੰ ਪਤਾ ਪਿੱਛੇ ਜੀ ਇਸ ਤਰ੍ਹਾਂ ਦਾ ਪ੍ਰਚਾਰ ਬਹੁਤ ਹੋਇਆ ਕਿ ਨਾਸਾ ਦੀ ਜਿਹੜੀ ਲਾਇਬ੍ਰੇਰੀ ਹੈ ਉਹਦੀ 7ਵੀਂ ਮੰਜ਼ਿਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਬਿਲਕੁਲ ਝੂਠ ਹੈ, ਬਿਲਕੁਲ ਸੱਚ ਨਹੀਂ ਹੈ। ਪਰੰਤੂ ਇਹਦੇ ਆਧਾਰ ਤੇ ਜਿਹੜਾ ਇੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਪ੍ਰਚਾਰ ਦਾ ਵਸੀਲਾ ਬਣਾਇਆ ਗਿਆ। ਤਾਂ ਇਹ ਇੱਕ ਸਬੂਤ ਹੈ ਕਿ 2004 ਵਿੱਚ ਉਹ ਹੀ ਰਾਈਟਰ ਦੁਬਾਰਾ ਇਹ ਲਿਖਣ ਦੀ ਹਿੰਮਤ ਨਹੀਂ ਕਰ ਰਿਹਾ, ਕਿਉਂਕਿ ਉਹਨੂੰ ਪਤਾ ਕਿ ਹੁਣ ਲੋਕਾਂ ਨੇ ਵੈਰੀਫਾਈ ਕਰ ਲੈਣਾ। ਹੁਣ ਇਰਾਕ ਛੱਡ ਕੇ ਕੋਈ ਵੀ ਦੇਸ਼ ਦੁਨੀਆ ਤੋਂ ਦੂਰ ਨਹੀਂ ਹੈ। ਹੁਣ ਮੈਂ ਤੁਹਾਨੂੰ ਇੱਕ ਹੋਰ ਬੜੀ ਇੰਪੋਰਟੈਂਟ ਕਿਤਾਬ ਦਿਖਾਉਣ ਲੱਗਾ। ਇਹ ਕਿਤਾਬ ਹੈ ਡਾਕਟਰ ਸੁਖਦਿਆਲ ਸਿੰਘ, ਜਿਹੜਾ ਪੰਜਾਬ ਹਿਸਟੋਰੀਕਲ ਸਟੱਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੁਖੀ ਦੇ ਤੌਰ ਤੇ ਰਿਟਾਇਰ ਵੀ ਹੋਏ, ਪ੍ਰੋਫੈਸਰ ਵੀ ਉੱਥੇ ਬਣੇ। ਔਰ ਇਹਨਾਂ ਦੀ ਇਹ ਕਿਤਾਬ ਹੈ ਸ਼੍ਰੋਮਣੀ ਸਿੱਖ ਇਤਿਹਾਸ। ਸ਼੍ਰੋਮਣੀ ਸਿੱਖ ਇਤਿਹਾਸ ਜਿਹੜੀ ਕਿਤਾਬ ਹੈ, ਇਹ ਕਿਤਾਬ 2010 ਵਿੱਚ ਛਪੀ ਹੈ, 2010 ਵਿੱਚ। ਹੁਣ ਇਸ ਕਿਤਾਬ ਦੀ ਵਿੱਚ ਜਿਹੜੀ ਗੱਲ ਮੈਂ ਇਹ ਕਰਨੀ ਹੈ ਕਿ ਜਿਹੜੇ ਇਤਿਹਾਸਕਾਰ ਪਹਿਲਾਂ ਸਣੇ ਮੇਰੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨੂੰ ਬੜਾ ਵਧਾ ਚੜਾ ਕੇ ਪੇਸ਼ ਕਰਦੇ ਸਨ, ਹੁਣ ਕੁਝ ਸਾਲਾਂ ਤੋਂ ਇਤਿਹਾਸਕਾਰਾਂ ਨੂੰ ਸਮਝ ਆਉਣ ਲੱਗ ਪਈ ਹੈ ਕਿ ਉਦਾਸੀਆਂ ਵਾਲੀ ਗੱਲ ਇਤਿਹਾਸਕ ਤੌਰ ਤੇ ਪ੍ਰਮਾਣਿਤ ਕਰਨੀ ਬਹੁਤ 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 ਮੁਸ਼ਕਲ ਹੈ। ਗੁਰਦੁਆਰਿਆਂ ਦੀਆਂ ਸਟੇਜਾਂ ਦੇ ਉੱਤੇ ਕਥਾ ਸੁਣਾਉਣੀ ਹੋਵੇ ਤਾਂ ਸੁਣਾਉਣੀ ਹੋਰ ਗੱਲ ਹੈ, ਪਰੰਤੂ ਜਦੋਂ ਅਕੈਡਮਿਕ ਪੱਧਰ ਦੇ ਉੱਤੇ ਇਹ ਦਾਅਵੇ ਕਰਨੇ ਜਿਹੜੇ ਨੇ ਕਿ ਗੁਰੂ ਨਾਨਕ ਸਾਹਿਬ ਨੇਪਾਲ ਗਏ ਸਨ, ਗੁਰੂ ਨਾਨਕ ਸਾਹਿਬ ਮੱਕੇ 'ਚ ਗਏ ਸਨ, ਗੁਰੂ ਨਾਨਕ ਸਾਹਿਬ ਸ੍ਰੀਲੰਕਾ 'ਚ ਗਏ ਸਨ, ਇਹ ਦਾਅਵੇ ਕਰਨੇ ਬਹੁਤ ਕਠਿਨ ਹਨ ਇੱਕ ਇਤਿਹਾਸਕਾਰ ਵਾਸਤੇ। ਮੈਂ ਆਮ ਬੰਦੇ ਦੀ ਗੱਲ ਨਹੀਂ ਕਰਦਾ, ਸ਼ਰਧਾਲੂ ਦੀ ਗੱਲ ਨਹੀਂ ਮੈਂ ਕਰ ਰਿਹਾ। ਜਿਹੜਾ ਇਤਿਹਾਸਕਾਰ ਹੈ ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਉਹ ਕਿਵੇਂ ਪ੍ਰਮਾਣਿਤ ਕਰੇ ਕਿ ਗੁਰੂ ਨਾਨਕ ਸਾਹਿਬ ਵਾਕਈ ਜਿਹੜੇ ਨੇ ਬੜੀ ਦੂਰ ਦੂਰ ਤੱਕ ਆਪਣੀਆਂ ਯਾਤਰਾਵਾਂ ਕਰਕੇ ਤੇ ਆਪਣੀ ਗੱਲ ਕਰਨ ਗਏ ਸਨ ਜਾਂ ਆਪਣੀ ਗੱਲ ਸੁਣਾਉਣ ਗਏ ਸਨ ਲੋਕਾਂ ਨੂੰ। ਹੁਣ ਇਹ ਜਿਹੜਾ ਇਤਿਹਾਸਕਾਰ ਹੈ, ਜਿਹੜਾ ਕਿ ਪੰਜਾਬ ਹਿਸਟੋਰੀਕਲ ਸਟੱਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋ ਕੇ ਗਿਆ ਹੈ, ਇਹਨੇ 2010 ਵਿੱਚ ਰਿਟਾਇਰ ਹੋਣ ਤੋਂ ਬਾਅਦ ਇਹ ਕਿਤਾਬ ਲਿਖੀ ਹੈ। ਔਰ ਇਹ ਕਿਤਾਬ ਦੇ ਵਿੱਚ ਕਿਸੇ ਵੀ ਉਦਾਸੀ ਦਾ ਜ਼ਿਕਰ ਇਹ ਇਤਿਹਾਸਕਾਰ ਗੁਰੂ ਨਾਨਕ ਸਾਹਿਬ ਦਾ ਜਦੋਂ ਇਤਿਹਾਸ ਲਿਖਦਾ ਹੈ, ਔਰ ਇਹਨੇ ਲਗਭਗ 70 ਪੇਜ